ਜੋ ਪੀਐਚਡੀ ਦਾ ਬੇਸਿਕ ਰਿਸਰਚ ਪ੍ਰੋਜੈਕਟ ਹੈ ਉਹ ਹੈ ਬਟਨ ਮਸ਼ਰੂਮ ਦੀ ਬਰਾਊਨਿੰਗ ਨੂੰ ਪ੍ਰੀਵੈਂਟ ਕਰਨਾ, ਜਿਹਦੇ ਨਾਲ ਉਹਦੀ ਸ਼ੈਲਫ ਲਾਈਫ ਇਨਕਰੀਜ਼ ਹੋਏਗੀ। ਜਿਵੇਂ ਹੁਣ ਆਪਾਂ ਮਸ਼ਰੂਮ ਹਾਰਵੈਸਟ ਕਰਦੇ ਹਾਂ, ਬਰਾਊਨ ਹੋ ਜਾਂਦਾ, ਖਰਾਬ ਹੋ ਜਾਂਦਾ, ਓਬਵੀਅਸਲੀ ਕੰਜ਼ਿਊਮਰ ਲੈਵਲ 'ਤੇ ਆਪਾਂ ਉਹਨੂੰ ਨਹੀਂ ਕੰਜ਼ਿਊਮ ਕਰ ਸਕਦੇ। ਉਸ ਚੀਜ਼ ਨੂੰ ਪ੍ਰੀਵੈਂਟ ਕਰਨ ਲਈ ਉਹਦੀ ਐਡੀਟਿੰਗ ਦੇ ਵਿੱਚ ਜਾਂ ਕ੍ਰਿਸਪਰ ਕੈਸ ਬੇਸਡ ਐਡੀਟਿੰਗ 'ਤੇ ਕੰਮ ਹੈ, ਜਿਹਦੇ ਨਾਲ ਆਪਾਂ ਉਹਨੂੰ ਅੱਗੇ ਸ਼ੈਲਫ ਲਾਈਫ ਇੰਪਰੂਵ ਕਰ ਸਕਦੇ ਹਾਂ ਉਹਦੀ। ਕੁਝ ਸਿਲੈਕਟਡ ਬੱਚਿਆਂ ਨੂੰ ਜਿਹੜੇ ਕਿ ਉਹਨਾਂ ਨੂੰ ਲੱਗਦੇ ਆ ਕਿ ਜਿਨ੍ਹਾਂ ਦੇ ਪ੍ਰੋਜੈਕਟ ਦੇ ਵਿੱਚ ਇੱਕ ਖਾਸ ਜਿਵੇਂ ਕਹਿ ਲਓ ਇੱਕ ਵੈਲਿਊ ਹੈਗੀ ਹੈ, ਉਹਨਾਂ ਨੂੰ ਫਿਰ ਉਹ ਸਿਲੈਕਟ ਕਰਕੇ ਤੇ ਬੱਚਿਆਂ ਨੂੰ ਉਹ ਫੈਲੋਸ਼ਿਪਸ ਅਵਾਰਡ ਕਰਦੇ ਨੇ। ਔਰ ਬੜਾ ਅੱਛਾ 5 ਸਾਲ ਤੱਕ ਦਾ ਇਹ ਜਿਹੜਾ ਫੈਲੋਸ਼ਿਪ ਹੈਗਾ ਬੱਚਾ ਅਵੇਲ ਕਰ ਸਕਦਾ ਹੈ। ਔਰ ਇਹਦੇ ਵਿੱਚ 70,000 ਪਰ ਮੰਥ ਜਿਹੜਾ ਬੱਚਿਆਂ ਨੂੰ ਉਹ ਫੈਲੋਸ਼ਿਪ ਵੀ ਦਿੰਦੇ ਨੇ। ਇਹਦੇ ਇਲਾਵਾ ਫੈਲੋਸ਼ਿਪਸ ਜਿਹੜੇ ਨੇ ਇਹਦੇ ਵਿੱਚ 2 ਲੱਖ ਰੁਪਈਆ ਬੱਚੇ ਨੂੰ ਰਿਸਰਚ ਕਰਨ ਦੇ ਵਾਸਤੇ ਵੀ ਅਵਾਰਡ ਦਿੱਤਾ ਜਾਂਦਾ ਹੈ। ਸਿਟੀ ਹੋਮ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ, ਇਸ ਵੇਲੇ ਅਸੀਂ ਮੌਜੂਦ ਹਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮਾਈਕਰੋ ਬਾਇਓਲੋਜੀ ਡਿਪਾਰਟਮੈਂਟ ਦੇ ਵਿੱਚ। ਇੱਥੇ ਆਉਣ ਦਾ ਕਾਰਨ ਇੱਕ ਸਪੈਸ਼ਲ ਹੈ। ਇਸ ਡਿਪਾਰਟਮੈਂਟ ਦੀ ਇੱਕ ਲੜਕੀ ਨੂੰ ਪ੍ਰਧਾਨ ਮੰਤਰੀ ਸਕਾਲਰਸ਼ਿਪ PM ਫੈਲੋਸ਼ਿਪ ਮਿਲੀ ਹੈ, ਜਿਸ ਦਾ ਨਾਮ ਹੈ ਦੀਪਾਲੀ ਜੈਨ। ਆਓ ਚੱਲਦੇ ਹਾਂ ਇੱਕ ਵਾਰ ਦੀਪਾਲੀ ਜੈਨ ਨੂੰ ਮਿਲਣ ਦੇ ਲਈ ਔਰ ਜਾਣਦੇ ਹਾਂ ਕਿ ਉਹਨਾਂ ਦੀ ਇੰਸਪੀਰੇਸ਼ਨ ਕੀ ਰਹੀ ਹੈ ਔਰ ਕੀ ਉਹ ਮੈਸੇਜ ਦੇਣਾ ਚਾਹੁੰਦੇ ਆ ਆਪਣੀ ਹਮ ਉਮਰ ਦੀਆਂ ਲੜਕੀਆਂ ਨੂੰ। ਸੋ ਚੱਲਦੇ ਹਾਂ ਅਸੀਂ ਡਿਪਾਰਟਮੈਂਟ ਆਫ ਮਾਈਕਰੋ ਬਾਇਓਲੋਜੀ ਦੇ ਵਿੱਚ ਔਰ ਮਿਲਦੇ ਹਾਂ ਦੀਪਾਲੀ ਜੈਨ ਨੂੰ। ਦੀਪਾਲੀ ਜੈਨ ਹੈ ਜਿਹੜੇ ਆਪਣੇ ਮਸ਼ਰੂਮ ਦੇ ਉੱਤੇ ਰਿਸਰਚ ਕਰ ਰਹੇ ਨੇ ਔਰ ਇਸੇ ਰਿਸਰਚ ਦੇ ਬੇਸ ਉੱਪਰ ਉਹਨਾਂ ਨੂੰ ਪ੍ਰਧਾਨ ਮੰਤਰੀ ਸਕਾਲਰਸ਼ਿਪ ਯਾਨੀ ਕਿ PM ਫੈਲੋਸ਼ਿਪ ਲਈ ਸਿਲੈਕਟ ਕੀਤਾ ਗਿਆ ਵਾ। ਸੋ ਚੱਲਦੇ ਹਾਂ ਦੀਪਾਲੀ ਜੀ ਕੋਲ ਔਰ ਜਾਣਦੇ ਹਾਂ ਕਿ ਇਸ ਅਚੀਵਮੈਂਟ ਨੂੰ ਕਿਸ ਤਰ੍ਹਾਂ ਵੇਖ ਰਹੇ ਨੇ। ਦੀਪਾਲੀ ਜੀ, ਬਹੁਤ-ਬਹੁਤ ਮੁਬਾਰਕ, ਤੁਹਾਨੂੰ PM ਫੈਲੋਸ਼ਿਪ ਲਈ ਸਿਲੈਕਟ ਕੀਤਾ ਗਿਆ। ਥੈਂਕ ਯੂ ਸੋ ਮਚ ਸਰ। ਦੀਪਾਲੀ ਜੀ, ਕਿਸ ਰਿਸਰਚ ਦੇ ਲਈ ਤੁਹਾਨੂੰ PM ਫੈਲੋਸ਼ਿਪ ਮਿਲੀ ਹੈ? ਮੇਰਾ ਜੋ ਪੀਐਚਡੀ ਦਾ ਬੇਸਿਕ ਰਿਸਰਚ ਪ੍ਰੋਜੈਕਟ ਹੈ ਉਹ ਹੈ ਬਟਨ ਮਸ਼ਰੂਮ ਦੀ ਬਰਾਊਨਿੰਗ ਨੂੰ ਪ੍ਰੀਵੈਂਟ ਕਰਨਾ, ਜਿਹਦੇ ਨਾਲ ਉਹਦੀ ਸ਼ੈਲਫ ਲਾਈਫ ਇਨਕਰੀਜ਼ ਹੋਏਗੀ। ਜਿਵੇਂ ਹੁਣ ਆਪਾਂ ਮਸ਼ਰੂਮ ਹਾਰਵੈਸਟ ਕਰਦੇ ਹਾਂ, ਬਰਾਊਨ ਹੋ ਜਾਂਦਾ, ਖਰਾਬ ਹੋ ਜਾਂਦਾ, ਓਬਵੀਅਸਲੀ ਕੰਜ਼ਿਊਮਰ ਲੈਵਲ 'ਤੇ ਆਪਾਂ ਉਹਨੂੰ ਨਹੀਂ ਕੰਜ਼ਿਊਮ ਕਰ ਸਕਦੇ। ਉਸ ਚੀਜ਼ ਨੂੰ ਪ੍ਰੀਵੈਂਟ ਕਰਨ ਲਈ ਉਹਦੀ ਐਡੀਟਿੰਗ ਦੇ ਵਿੱਚ ਜਾਂ ਕ੍ਰਿਸਪਰ ਕੈਸ ਬੇਸਡ ਐਡੀਟਿੰਗ 'ਤੇ ਕੰਮ ਹੈ, ਜਿਹਦੇ ਨਾਲ ਆਪਾਂ ਉਹਨੂੰ ਅੱਗੇ ਸ਼ੈਲਫ ਲਾਈਫ ਇੰਪਰੂਵ ਕਰ ਸਕਦੇ ਹਾਂ ਉਹਦੀ। ਅੱਛਾ, ਤੁਹਾਡੀ ਇੰਸਪੀਰੇਸ਼ਨ ਕੀ ਰਹੀ ਹੈ? ਕੀ ਪਹਿਲਾਂ ਹੀ ਪਲਾਨ ਸੀਗਾ ਤੁਹਾਡਾ ਕਿ ਮੈਂ ਅੱਗੇ ਜਾ ਕੇ ਇਸ ਸਬਜੈਕਟ ਨੂੰ ਚੂਜ਼ ਕਰਨਾ ਜਾਂ ਰਿਸਰਚ ਕਰਨੀ ਹੈ? ਕਿਸ ਤਰੀਕੇ ਦੇ ਨਾਲ ਅੱਗੇ ਵਧੇ ਤੁਸੀਂ? ਇਨੀਸ਼ੀਅਲੀ ਤਾਂ ਮਤਲਬ ਕਿਸੇ ਨੂੰ ਵੀ ਆਈਡੀਆ ਨਹੀਂ ਹੁੰਦਾ ਕਿ ਆਪਾਂ ਅੱਗੇ ਜਾ ਕੇ ਕੀ ਕਰਨਾ ਜਾਂ ਕੀ ਨਹੀਂ ਕਰਨਾ, ਬਟ ਜਿੱਦਾਂ ਮਤਲਬ ਐਕਸਪੋਜ਼ਰ ਮਿਲਦਾ ਰਿਹਾ, ਨੌਲੇਜ ਹੁੰਦੀ ਰਹੀ, ਫਿਰ ਇੱਕ ਬੰਦੇ ਨੂੰ ਆਈਡੀਆ ਹੁੰਦਾ ਕਿ ਮਾਈਕਰੋਬਾਇਓਲੋਜੀ ਵੀ ਇੱਕ ਅੱਛੀ ਫੀਲਡ ਹੈ, ਅੱਗੇ ਆਸਪੈਕਟਸ ਅੱਛੇ ਨੇ, ਕਰੀਅਰ ਅੱਛਾ ਹੈ, ਤਾਂ ਇਸ ਲਈ ਮੈਂ ਮਾਈਕਰੋਬਾਇਓਲੋਜੀ ਚੂਜ਼ ਕੀਤੀ ਸੀ। ਗਾਈਡ ਕਿਵੇਂ ਕੀਤਾ ਤੁਹਾਨੂੰ? ਕਿਸ ਨੇ ਗਾਈਡ ਕੀਤਾ? ਔਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਮੈਂ ਆਪ ਚੂਜ਼ ਕੀਤਾ ਸੀਗਾ ਇਹ ਸਬਜੈਕਟ, ਹੈ ਨਾ? ਜਦੋਂ ਬੱਚਾ ਇੱਕ ਅੱਗੇ ਵਧ ਰਿਹਾ, ਮੀਨਸ ਕਿ ਅੱਜ ਜੋ ਐਜੂਕੇਸ਼ਨ ਦੀ ਸਟਰਕਚਰ ਹੈਗੀ ਹੈ, +2 ਗ੍ਰੈਜੂਏਸ਼ਨ, ਹੈ ਨਾ, ਪੋਸਟ ਗ੍ਰੈਜੂਏਸ਼ਨ, ਤੁਸੀਂ PhD ਤੱਕ ਪਹੁੰਚੇ, ਇਹ ਪਹਿਲਾਂ ਹੀ ਪਲਾਨ ਸੀਗਾ ਕਿ ਮੈਂ ਇਸ ਲੈਵਲ 'ਤੇ ਪਹੁੰਚਣਾ ਮੈਂ, ਜਾਂ ਹੌਲੀ ਹੌਲੀ ਜਿਸ ਤਰ੍ਹਾਂ ਅੱਗੇ ਵੱਧਦੇ ਗਏ ਰਸਤੇ ਬਣਦੇ ਗਏ? ਹੌਲੀ ਹੌਲੀ ਮਤਲਬ ਜਿਸ ਤਰ੍ਹਾਂ ਤੁਸੀਂ ਅੱਗੇ ਮੂਵ ਕਰਦੇ ਹੋ, ਆਈ ਥਿੰਕ ਸੋ ਰਸਤੇ ਬਣਦੇ ਜਾਂਦੇ, ਕਿਉਂਕਿ ਕੋਈ ਵੀ ਪਹਿਲਾਂ ਪਲਾਨ ਕਰਕੇ ਨਹੀਂ ਚੱਲਦਾ ਕਿ ਮੈਂ ਅੱਗੇ PhD ਕਰਨੀ ਹੈ। ਮਤਲਬ ਜਦੋਂ ਮੈਂ +2 'ਚ ਸ਼ਾਇਦ ਮੈਨੂੰ ਇੰਨੀ ਨੌਲੇਜ ਵੀ ਨਹੀਂ ਸੀ ਵੀ ਅੱਗੇ ਇੰਨਾ ਕੁਛ ਵੀ ਹੁੰਦਾ ਹੈ, ਜਾਂ ਮਾਈਕਰੋਬਾਇਓਲੋਜੀ ਦੇ ਵਿੱਚ ਵੀ ਫੀਲਡਸ ਨੇ, ਸਭ ਫੀਲਡਸ ਨੇ ਇਨਫੈਕਟ। ਬਟ ਜਦੋਂ ਆਪਾਂ ਨੂੰ ਨੌਲੇਜ ਹੁੰਦੀ ਹੈ, ਐਕਸਪੋਜ਼ਰ ਮਿਲਦਾ ਹੈ, ਗਾਈਡੈਂਸ ਮਿਲਦੀ ਹੈ ਟੀਚਰਸ ਦੀ, ਸਟਾਫ ਮੈਂਬਰਸ ਦੀ, ਆਲ ਥਰੂ ਆਊਟ ਤੁਹਾਡੇ ਬੈਚਲਰਸ, ਮਾਸਟਰਸ, ਜਿੰਨੇ ਵੀ ਆਸ-ਪਾਸ ਤੁਹਾਡੇ ਲੋਕ ਹੁੰਦੇ ਨੇ, ਸਾਰੇ ਤੁਹਾਨੂੰ ਕਿਤੇ ਨਾ ਕਿਤੇ ਗਾਈਡ ਕਰਦੇ ਹੀ ਨੇ, ਅਤੇ ਉਸ ਗਾਈਡੈਂਸ ਦੇ ਥਰੂ ਮਤਲਬ ਮੈਂ ਅੱਜ ਇੱਥੇ ਪਹੁੰਚੀ ਹਾਂ। ਹੋਰ ਫੈਮਿਲੀ ਦੇ ਵਿੱਚ ਕੌਣ ਨੇ? ਔਰ ਅਗਰ ਰੋਲ ਮਾਡਲ ਦੀ ਜਾਂ ਜਿਹੜੀ ਅਸੀਂ ਇੰਸਪੀਰੇਸ਼ਨ ਦੀ ਗੱਲ ਕਰਦੇ ਹਾਂ, ਤੁਹਾਡੇ ਲਈ ਕੌਣ ਨੇ? मेरे फैमिली मेरे पेरेंट्स, मम्मा पापा, मेरे बड़े भैया हैं, भाभी हैं। तो मेरी शुरू से ही मेरा ज़्यादा प्यार मेरी मम्मा के साथ आप कह सकते हो कि रहा है। तो उन्होंने काफ़ी मोटिवेट किया, हमेशा से इंस्पायरिंग थे। वो खुद एक टीचर रहे हैं, तो उनको हमेशा से था कि हाँ मेरी बेटी कुछ आगे कुछ करे, लाइफ में अपना सेटल हो, बढ़िया सेटल हो।
तो ऑलवेज शी मोटिवेटेड मी कि अगर तेरे को कितना पढ़ना है तू पढ़, कोई ऐसे रिस्ट्रिक्शंस नहीं है. ऑलवेज इट वाज सो सपोर्टिव फ्रॉम देयर साइड. ਹੌਬੀਜ਼ ਦੀ ਅਗਰ ਗੱਲ ਕੀਤੀ ਜਾਵੇ, ਕਿਉਂਕਿ ਲੜਕੀਆਂ ਨੂੰ ਜਿੱਦਾਂ ਹੀ ਗਰੋ ਕਰਦੀਆਂ ਨੇ ਕਿਚਨ ਦੀ ਜਿਹੜੀ ਸਿਖਲਾਈ ਦਿੱਤੀ ਜਾਂਦੀ ਹੈ ਜਾਂ ਫੈਮਿਲੀ ਦੇ ਵਿੱਚ ਜਿਹੜੇ ਘਰ ਦੇ ਕੰਮ ਹੁੰਦੇ ਆ ਉਹਨਾਂ ਦੀ ਪੂਰੀ ਇੱਕ ਜਿਹੜਾ ਕਲਚਰ ਹੈ ਜੋ ਸਾਡਾ ਹੈ ਨਾ, ਹੌਬੀਜ਼ ਦੇ ਵਿੱਚ ਤੁਹਾਡਾ ਕੀ ਹੌਬੀਜ਼ ਕੀ ਨੇ ਤੁਹਾਡੀਆਂ? ਹੌਬੀਜ਼ ਦੇ ਵਿੱਚ ਕੁਕਿੰਗ ਮੇਰੀ ਹੌਬੀ ਹੈ. ਮੈਨੂੰ ਸ਼ੌਂਕ ਹੈ, ਮਤਲਬ ਘਰ ਦੇ ਤਾਂ ਵੈਸੇ ਕਹਿੰਦੇ ਨੇ ਕਿ ਜਨਰਲੀ ਸਿੱਖਣੀ ਚਾਹੀਦੀ ਹੈ, ਬਟ ਆਈ ਡੂ ਲਾਈਕ ਕੁਕਿੰਗ. ਅਤੇ ਬਾਕੀ ਬੈਡਮਿੰਟਨ ਖੇਲਣਾ ਜਾਂ ਇਹ ਛੋਟੀ ਛੋਟੀ ਹੌਬੀਜ਼ ਹੈ, ਜ਼ਿਆਦਾ ਕੁਛ ਇੱਦਾਂ ਰਿਹਾ ਨਹੀਂ. ਬਾਕੀ ਸਟੱਡਿੰਗ ਵਾਜ਼ ਮਤਲਬ ਆਲਵੇਜ਼ ਅ ਪ੍ਰੈਫਰੈਂਸ ਕਿ ਪੜ੍ਹਨਾ ਹੀ ਇੱਕ ਸੀਗਾ ਕਿ ਅੱਛੀ ਤਰ੍ਹਾਂ ਪੜ੍ਹਨਾ ਹੈ ਜਾਂ ਚੀਜ਼ਾਂ ਦੀ ਨੌਲੇਜ ਲੈਣਾ ਬਹੁਤ ਜ਼ਿਆਦਾ ਅੱਛਾ ਲੱਗਦਾ ਮੈਨੂੰ. ਆਪਣੀ ਉਮਰ ਆਪਣੀ ਏਜ ਦੀਆਂ ਲੜਕੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹਾਂਗੀ ਕਿ ਕਰੀਅਰ ਵੀ ਉਨਾ ਹੀ ਇੰਪੋਰਟੈਂਟ ਹੈ, ਸਟੱਡੀਜ਼ ਵੀ ਇੰਪੋਰਟੈਂਟ ਹੈ, ਐਕਸਪੋਜ਼ਰ ਵੀ ਇੰਪੋਰਟੈਂਟ ਹੈ. ਮੈਂ ਇਹ ਨਹੀਂ ਕਹਿ ਰਹੀ ਕਿ ਫੈਮਿਲੀ ਇੰਪੋਰਟੈਂਟ ਨਹੀਂ ਹੈ, ਬਟ ਫੈਮਿਲੀ ਦੇ ਨਾਲ ਨਾਲ ਜੇ ਤੁਸੀਂ ਖੁਦ ਨੂੰ ਟਾਈਮ ਦਿੰਦੇ ਹੋ, ਖੁਦ ਲਈ ਆਪਣਾ ਅੱਛਾ ਕਰਦੇ ਹੋ, ਫੈਮਿਲੀ ਵੀ ਕਿਤੇ ਨਾ ਕਿਤੇ ਉੱਥੇ ਨਾਲ ਹੀ ਖੁਸ਼ ਹੁੰਦੀ ਹੈ ਤੁਹਾਡੇ. ਤਾਂ ਆਪਣੇ ਕਰੀਅਰ ਓਰੀਐਂਟੇਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਸੀਰੀਅਸ ਹੋਣਾ ਚਾਹੀਦਾ ਹੈ ਔਰ ਜੋ ਤੁਹਾਡਾ ਮਨ ਕਰਦਾ ਹਮੇਸ਼ਾ ਉਸ ਫੀਲਡ 'ਚ ਜਾਣਾ ਚਾਹੀਦਾ. ਇੱਦਾਂ ਨਹੀਂ ਕਿ ਅਗਰ ਲੋਕ ਇੱਕ ਫੀਲਡ 'ਚ ਜਾ ਰਹੇ ਉਸੀ ਫੀਲਡ ਦੇ ਵਿੱਚ ਕੰਟੀਨਿਊ ਕਰੀ ਜਾਣਾ. ਜੋ ਤੁਹਾਡੀ ਮੇਨ ਤੁਹਾਨੂੰ ਲੱਗਦਾ ਹੈ ਕਿ ਇਹ ਫੀਲਡ ਮੈਨੂੰ ਇੰਸਪਾਇਰਿੰਗ ਲੱਗ ਰਹੀ ਹੈ, ਇਹਦੇ ਵਿੱਚ ਮੈਂ ਕੰਟੀਨਿਊ ਕਰ ਸਕਦੀ ਹਾਂ ਆਪਣੇ ਮਨ ਤੋਂ, ਉਹ ਵਾਲੀ ਫੀਲਡ ਦੇ ਵਿੱਚ ਕੰਟੀਨਿਊ ਕਰਨਾ. ਡਿਪਾਰਟਮੈਂਟ ਤੋਂ ਕਿਸ ਤਰ੍ਹਾਂ ਦੀ ਸਪੋਰਟ ਰਹੀ ਹੈ ਤੁਹਾਨੂੰ? ਮੇਰੇ ਐਡਵਾਈਜ਼ਰ ਡਾਕਟਰ ਅਨੂ ਕਾਲੀਆ, ਉਹਨਾਂ ਨੇ ਬਹੁਤ ਅੱਛੀ ਗਾਈਡੈਂਸ ਦਿੱਤੀ. ਬਹੁਤ ਮਤਲਬ ਹਰ ਟਾਈਮ 'ਤੇ ਜਿੰਨਾ ਸਪੋਰਟ ਚਾਹੀਦਾ ਸੀ, ਜਿੰਨੀ ਮੈਨੂੰ ਨੌਲੇਜ ਚਾਹੀਦੀ ਸੀ, ਜਾਂ ਜਿੱਥੇ ਜਿੱਥੇ ਵੀ ਮੈਨੂੰ ਹੁਣ ਵੀ ਲੱਗਦਾ ਕਿ ਨਹੀਂ ਸਪੋਰਟ ਦੀ ਲੋੜ ਹੈ, ਅਤੇ ਮੈਮ ਹਮੇਸ਼ਾ ਪ੍ਰੋਪਰਲੀ ਗਾਈਡ ਕਰਦੇ ਨੇ. ਤਾਂ ਬਾਕੀ ਕੋਚਰ ਸਰ ਸਾਡੇ ਹੈਡ ਆਫ ਡਿਪਾਰਟਮੈਂਟ, ਉਹਨਾਂ ਨੇ ਵੀ ਕਾਫੀ ਸਪੋਰਟ ਕੀਤਾ ਜਦੋਂ ਮੈਂ ਅਪਲਾਈ ਕਰਨਾ ਸੀ ਡਾਕੂਮੈਂਟਸ ਵਗੈਰਾ ਦੇ ਵਿੱਚ. ਸਾਰੇ ਟੀਚਰ, ਸਾਰੇ ਸਟਾਫ ਮੈਂਬਰਸ, ਇਨਫੈਕਟ ਜਿੰਨੇ ਸੀਨੀਅਰਸ, ਜੂਨੀਅਰਸ, ਫਰੈਂਡਸ, ਸਾਰਿਆਂ ਦੀ ਬਹੁਤ ਜ਼ਿਆਦਾ ਸਪੋਰਟ ਰਹੀ ਇਸ ਚੀਜ਼ ਦੇ ਵਿੱਚ. ਸੋ ਤੁਸੀਂ ਵੇਖ ਸਕਦੇ ਹੋ ਸਾਰਿਆਂ ਦੀ ਸਪੋਰਟ ਦੇ ਨਾਲ ਦੀਪਾਲੀ ਜੈਨ ਅੱਜ PM ਫੈਲੋਸ਼ਿਪ ਲਈ ਸਿਲੈਕਟ ਹੋਏ ਨੇ. ਸਤਿ ਸ਼੍ਰੀ ਅਕਾਲ. ਫਸਟਲੀ ਮੈਂ ਦੀਦੀ ਨੂੰ ਕੰਗ੍ਰੈਚੁਲੇਸ਼ਨਸ ਕਰਨਾ ਚਾਹੁੰਦੀ ਹਾਂ PMRF ਦੇ ਲਈ. ਇਹ ਬਹੁਤ ਹੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਅੱਛੀ ਸਕਾਲਰਸ਼ਿਪ ਹੈ. ਮਤਲਬ ਵੈਸੇ ਸਾਨੂੰ ਉਰੇ ਕੋਈ ਇਸ ਤਰ੍ਹਾਂ ਕੋਈ ਸਕਾਲਰਸ਼ਿਪ ਮਤਲਬ ਹੈ ਨਹੀਂ ਗੀ, ਬਟ ਇਹਦੇ ਨਾਲ ਇਹਨਾਂ ਨੂੰ ਬਹੁਤ ਮਤਲਬ ਅੱਗੇ ਹੈਲਪ ਮਿਲੂਗੀ, ਮਤਲਬ ਆਪਣਾ ਰਿਸਰਚ ਵਰਕ ਕਰਨ ਦੇ ਵਿੱਚ ਵੀ, ਅੱਗੇ ਵੀ ਹੋਰ ਵੀ ਜਿਵੇਂ ਮਤਲਬ ਇੱਕ ਚਾਹੀਦਾ ਹੁੰਦਾ ਵੀ ਆਪਾਂ ਖੁਦ ਡਿਪੈਂਡੈਂਟ ਹੋ ਜਾਈਏ, ਉਹ ਚੀਜ਼ ਦਾ ਵੀ ਬਹੁਤ ਉਹ ਹੋਣਾ ਹੈਗਾ. ਤਾਂ ਇਹ ਮੇਰੇ ਮਤਲਬ ਸੀਨੀਅਰ ਨੇ, ਮਤਲਬ ਇਹਨਾਂ ਨੇ ਸਾਰਾ ਮਤਲਬ ਸ਼ੁਰੂ ਤੋਂ ਹੀ ਮੇਰੇ ਲਈ ਤਾਂ ਗਾਈਡੈਂਸ ਰਹੀ ਇਹਨਾਂ ਦੀ, ਇੱਕ ਐਜ਼ ਏ ਟੀਚਰ ਲਾ ਲਓ, ਮਤਲਬ ਮੈਂਟਰ ਲਾ ਲਓ, ਹਰ ਚੀਜ਼ ਦੇ ਵਿੱਚ ਇਹਨਾਂ ਨੇ ਮੈਨੂੰ ਗਾਈਡ ਕੀਤਾ ਹੈਗਾ, ਮਤਲਬ ਸਟੱਡੀਜ਼ ਦੇ ਨਾਲ ਨਾਲ ਲਾਈਫ ਦੇ ਵਿੱਚ ਵੀ. ਮੇਰੇ ਪਿੱਛੇ ਤੁਸੀਂ ਵੇਖ ਸਕਦੇ ਹੋ ਕਲਾਈਮੇਟ ਕੰਟਰੋਲਡ ਰੂਮ ਹੈ, ਜਿਸ ਦੇ ਵਿੱਚ ਮਸ਼ਰੂਮਸ ਦੇ ਉੱਤੇ ਦੀਪਾਲੀ ਜੈਨ ਨੇ ਜਿਹੜੇ ਪ੍ਰੋਜੈਕਟ ਕਰ ਰਹੇ ਨੇ, ਆਪਣੇ PhD ਦਾ ਪ੍ਰੋਜੈਕਟ ਕਰ ਰਹੇ ਨੇ. ਦੀਪਾਲੀ ਜੀ, ਥੋੜ੍ਹਾ ਜਿਹਾ ਦੱਸੋਗੇ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਔਰ ਕਿਸ ਪ੍ਰੋਜੈਕਟ ਦੇ ਉੱਤੇ ਕੰਮ ਕਰ ਰਹੇ ਹੋ? ਸਰ, ਇੱਕ ਵਾਰ ਮੈਂ ਤੁਹਾਨੂੰ ਸ਼ੋਅ ਕਰਦੀ ਹਾਂ ਕਿ ਆਪਾਂ ਇਸ ਕਲਾਈਮੇਟ ਕੰਟਰੋਲ ਰੂਮ ਦੇ ਵਿੱਚ ਕਿਸ ਤਰ੍ਹਾਂ ਮਸ਼ਰੂਮ ਨੂੰ ਗਰੋ ਕਰਦੇ ਹਾਂ, ਕਿਸ ਤਰ੍ਹਾਂ ਦੀਆਂ ਕੰਡੀਸ਼ਨਸ ਹੁੰਦੀਆਂ ਨੇ, ਕਿਸ ਤਰ੍ਹਾਂ ਦਾ ਪ੍ਰੋਸੈਸ ਹੁੰਦਾ ਹੈ. ਆਓ ਇੱਕ ਵਾਰੀ ਆਪਾਂ ਦੇਖਦੇ ਹਾਂ. मेरा जो मेजर प्रोजेक्ट है वो मशरूम के ऊपर है. जैसे आप देख पा रहे हैं यहाँ पर एक मैंने पूरा सेटअप लगाया हुआ है. ये क्रॉप है, डिफरेंट स्ट्रेन्स इसमें हम यूज़ कर रहे हैं. सबसे पहले हम कंपोस्ट बैग्स बनाते हैं, लाइक ये, इसमें हम कंपोस्ट भरते हैं, जैसे पैडी स्ट्रॉ वगैरह यूज़ करके. उसमें काफ़ी सारा इंग्रेडिएंट्स होते हैं, उनको मिक्स करके फिर हम उनके बैग्स भरते हैं. जैसे मैंने 8 kg के बैग्स भरे हुए हैं. फिर जैसे उनमें स्पॉन डलता है, स्पॉन रन हो जाता है, तो आफ्टर 15 to 20 डेज़ हम उनकी केसिंग करते हैं. केसिंग में क्या होता है, हम एक सॉइल स्प्रेड करते हैं उसके ऊपर. तो उस सॉइल में फिर 15-20 दिन बाद हम उसको कॉन्टीन्यूसली मॉइस्चर प्रोवाइड करते हैं. टेम्परेचर कंडीशंस जैसे आप देख पा रहे हैं, इस टाइम गर्मियाँ चल रही हैं, तो हमने इसको ग्रोथ चेम्बर में रखा हुआ है. सर्दियों में इसका एम्बिएंट टेम्परेचर है 20 to 22 डिग्रीज़. तो इस वजह से इस टाइम हम इस ग्रोथ चेम्बर में रख के इसको ग्रो कर रहे हैं और इसको मॉइस्ट रखते हैं. तो आफ्टर 20 to 22 डेज़ हम कहते हैं कि फ़र्स्ट फ्लैश आता है मशरूम्स का. जैसे सबसे पहले ये छोटे छोटे पिन हेड्स आते हैं, पिनिंग होती है मशरूम्स की. उसके बाद वो पूरी फ्रूटिंग बॉडी डेवलप होती है लाइक दिस वन. तो फिर इनको हार्वेस्ट किया जाता है. तो जैसे ही हम इनको हार्वेस्ट करते हैं, उसको कट करते हैं, जैसे फॉर एग्ज़ाम्पल इसको हार्वेस्ट करके इसके बेस से जब इसको कट करेंगे तो जहाँ पर हम एक इंसिजन लगाते हैं वहीं पर इसमें ब्राउनिंग होनी स्टार्ट हो जाती है. तो उस चीज़ को प्रिवेंट करने के लिए हम
क्रिस्पर Cas9 जो बेस्ड जीनोम एडिटिंग टूल है उसको यूज़ करते हुए इसकी एडिटिंग करेंगे PPO जीन की, जो उसकी शेल्फ लाइफ को बढ़ाएगा और कंज्यूमर डिमांड में भी हेल्प करेगा। ਫਿਲਹਾਲ ਚੱਲਾਂਗੇ ਅਸੀਂ ਗੁਰਵਿੰਦਰ ਸਿੰਘ ਕੋਚਰ ਸਾਹਿਬ ਕੋਲੇ, ਜੋ ਕਿ HOD ਨੇ, ਹੈੱਡ ਆਫ ਡਿਪਾਰਟਮੈਂਟ ਨੇ। ਸਰ, ਇਹ ਪੂਰਾ ਹੈ ਕੀ ਹੈ, ਪ੍ਰੋਸੈਸ ਕੀ ਹੈ? ਮਾਈਕਰੋਬਾਇਓਲੋਜੀ ਦੇ ਜਿਹੜੇ ਸਟੂਡੈਂਟਸ ਨੇ ਉਹ ਕਿਸ ਤਰੀਕੇ ਦੇ ਨਾਲ ਅੱਗੇ ਵੱਧ ਸਕਦੇ ਨੇ, ਜਾਂ ਦੀਪਾਲੀ ਜੈਨ ਨੂੰ ਜਿਹੜੀ ਇਹ ਫੈਲੋਸ਼ਿਪ ਮਿਲੀ ਹੈ, ਥੋੜ੍ਹਾ ਜਿਹਾ ਬਰੀਫ ਕਰੋਗੇ ਸਰ? ਫਸਟ ਆਫ ਆਲ ਥੈਂਕ ਯੂ ਸੋ ਮਚ, ਤੁਸੀਂ ਇੱਥੇ ਆਏ ਔਰ ਸਾਡੇ ਸਟੂਡੈਂਟ ਨੂੰ ਹੱਲਾਸ਼ੇਰੀ ਦੇਣ ਵਾਸਤੇ। ਤੁਸੀਂ ਥਰੂ ਮੀਡੀਆ ਇਹ ਵੀ ਦੱਸ ਰਹੇ ਹੋ ਕਿ ਕਿਸ ਤਰ੍ਹਾਂ ਯੂਨੀਵਰਸਿਟੀ ਜਿਹੜੀ ਹੈਗੀ ਹੈ ਉਹ ਇੰਡਸਟਰੀ ਨੂੰ ਕੇਟਰ ਕਰ ਰਹੀ ਹੈ। ਔਰ PM ਫੈਲੋਸ਼ਿਪ ਗਵਰਨਮੈਂਟ ਆਫ ਇੰਡੀਆ ਥਰੂ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਵੱਲੋਂ ਇੱਕ ਬੜਾ ਅੱਛਾ ਜਿਹੜਾ ਐਂਡੇਵਰ ਹੈਗਾ, ਜਿਹਦੇ ਵਿੱਚ ਬੈਸਟ ਟੈਲੈਂਟ ਜਿਹੜਾ ਹੈ ਉਹ ਅਲੱਗ-ਅਲੱਗ ਬਾਇਓਟੈਕਨੋਲੋਜੀ, ਮਾਈਕਰੋਬਾਇਓਲੋਜੀ ਜਾਂ ਹੋਰ ਜਿਹੜੀਆਂ ਅਲਾਈਡ ਸਾਇੰਸਿਸ ਨੇ, ਹੈਲਥ ਸਾਇੰਸਿਸ ਵੀ ਨਾਲ ਜਿਸ ਤਰ੍ਹਾਂ ਹੈਗੀਆਂ ਨੇ, ਉਹਨਾਂ ਨੂੰ ਇਹ ਟਾਰਗੇਟ ਕਰਦੇ ਨੇ। ਉਹਨਾਂ ਨੂੰ ਜਿਸ ਤਰ੍ਹਾਂ ਸਿਲੈਕਟ ਕਰਦੇ ਨੇ ਬੱਚਿਆਂ ਨੂੰ, ਬੜਾ ਇੱਕ ਇਹਨਾਂ ਦਾ ਅੱਛਾ ਇੱਕ ਡਬਲ ਸਟੇਜ ਜਾਂ 2 ਸਟੇਜ ਪ੍ਰੋਸੈਸ ਹੈਗਾ, ਜਿਹਦੇ ਵਿੱਚ ਪਹਿਲਾਂ ਰਿਵਿਊਅਰਸ ਜਿਹੜੇ ਨੇ ਉਹ ਸਿਲੈਕਟ ਕਰਦੇ ਆ ਐਪਲੀਕੇਸ਼ਨਸ ਜਾਂ ਜਿਹੜੇ ਪ੍ਰੋਜੈਕਟਸ ਬੱਚੇ ਭੇਜਦੇ ਨੇ, ਔਰ ਉਸ ਤੋਂ ਬਾਅਦ ਜਿਹੜੀ ਸਿਲੈਕਸ਼ਨ ਕਮੇਟੀ ਹੈ ਉਹਦੇ ਉੱਤੇ ਬੈਠ ਕੇ ਤੇ ਫਾਈਨਲੀ ਕੁਝ ਸਿਲੈਕਟਡ ਬੱਚਿਆਂ ਨੂੰ, ਜਿਹੜੇ ਕਿ ਉਹਨਾਂ ਨੂੰ ਲੱਗਦੇ ਆ ਕਿ ਜਿਨ੍ਹਾਂ ਦੇ ਪ੍ਰੋਜੈਕਟ ਦੇ ਵਿੱਚ ਇੱਕ ਖਾਸ, ਜਿਹਨੂੰ ਕਹਿ ਲਓ ਇੱਕ ਵੈਲਿਊ ਹੈਗੀ ਹੈ, ਉਹਨਾਂ ਨੂੰ ਫਿਰ ਉਹ ਸਿਲੈਕਟ ਕਰਕੇ ਤੇ ਬੱਚਿਆਂ ਨੂੰ ਉਹ ਫੈਲੋਸ਼ਿਪਸ ਅਵਾਰਡ ਕਰਦੇ ਨੇ। ਔਰ ਬੜਾ ਅੱਛਾ 5 ਸਾਲ ਤੱਕ ਦਾ ਇਹ ਜਿਹੜਾ ਫੈਲੋਸ਼ਿਪ ਹੈਗਾ ਬੱਚਾ ਅਵੇਲ ਕਰ ਸਕਦਾ ਹੈ, ਔਰ ਇਹਦੇ ਵਿੱਚ 70,000 ਪਰ ਮੰਥ ਜਿਹੜਾ ਬੱਚਿਆਂ ਨੂੰ ਉਹ ਫੈਲੋਸ਼ਿਪ ਵੀ ਦਿੰਦੇ ਨੇ, ਜਿਹੜਾ ਕਿ ਇੱਕ ਬਹੁਤ ਅੱਛਾ, ਇੱਕ ਮੈਂ ਕਹਾਂਗਾ ਕਿ ਜੋ ਅੱਜ ਕੱਲ੍ਹ ਜੋ ਸੈਲਰੀ ਸਟਰਕਚਰ ਚੱਲ ਰਿਹਾ ਉਹਦੇ ਨਾਲ ਵੀ ਬੜਾ ਅੱਛਾ ਜਿਹੜਾ ਹੈਗਾ ਇੱਕ, ਤਾਂ ਕਿ ਬੱਚਿਆਂ ਨੂੰ ਇੱਕ ਮਾਈਂਡ ਦੇ ਉੱਤੇ ਮੋਨੀਟਰੀ ਜਿਹੜਾ ਹੈਗਾ ਵੈ ਉਹਨਾਂ ਨੂੰ ਨਾ ਰਵੇ। ਸੋ ਉਹ ਦਿੰਦੇ ਨੇ 5 ਸਾਲ ਤੱਕ ਇਹ ਟੋਟਲ ਚੱਲ ਸਕਦਾ ਹੈ, ਔਰ ਹਰ ਸਾਲ ਦੀ 10 ਲੱਖ ਤੱਕ ਦੀ ਸੀਲਿੰਗ ਹੈਗੀ ਹੈ। ਇਹਦੇ ਇਲਾਵਾ ਫੈਲੋਸ਼ਿਪਸ ਜਿਹੜੇ ਨੇ ਇਹਦੇ ਵਿੱਚ 2 ਲੱਖ ਰੁਪਈਆ ਬੱਚੇ ਨੂੰ ਰਿਸਰਚ ਕਰਨ ਦੇ ਵਾਸਤੇ ਵੀ ਅਵਾਰਡ ਕੀਤਾ ਜਾਂਦਾ ਹੈ। ਔਰ ਸਾਡੇ ਡਿਪਾਰਟਮੈਂਟ ਦੇ ਵਿੱਚ ਇਹ ਸੈਕਿੰਡ ਸਟੂਡੈਂਟ ਹੈ, 1970-71 ਦਾ ਇਹ ਡਿਪਾਰਟਮੈਂਟ ਚੱਲ ਰਿਹਾ ਹੈ, ਔਰ ਮੇਰੇ ਖਿਆਲ ਇਹ ਫੈਲੋਸ਼ਿਪ ਵੀ 2000 ਦੇ ਆਸ-ਪਾਸ 2000 ਸਮਥਿੰਗ ਦੇ ਵਿੱਚ ਇਹ ਸਟਾਰਟ ਹੋਏ ਸੀਗੇ। ਅਤੇ ਸਾਡਾ ਇਹ ਸੈਕਿੰਡ ਬੱਚਾ ਹੈਗਾ ਵੈ ਦੀਪਾਲੀ ਜੈਨ। ਇਸ ਤੋਂ ਪਹਿਲਾਂ ਬਬੀਤਾ ਮੁਖੂਜੀਆ ਇੱਕ ਸਾਡੀ ਸਟੂਡੈਂਟ ਸੀਗੀ ਜਿਹਨੂੰ ਇਹ ਫੈਲੋਸ਼ਿਪ ਮਿਲਿਆ ਸੀਗਾ। ਸੋ ਵੀ ਆਰ ਰੀਅਲੀ ਔਨਰਡ, ਔਰ ਅਸੀਂ ਬੱਚੇ ਨੂੰ, ਇਹਦੇ ਪੇਰੈਂਟਸ ਨੂੰ ਕੌਂਸੂਲੇਟ ਕਰਦੇ ਹਾਂ ਕਿ ਬੱਚੇ ਨੇ ਜਿਹੜੀ ਇਹ ਅਚੀਵਮੈਂਟ ਕੀਤੀ ਹੈ। ਸੋ ਇਹ ਸਨ ਡਾਕਟਰ ਗੁਰਵਿੰਦਰ ਸਿੰਘ ਕੋਚਰ, ਜੋ ਕਿ HOD ਨੇ, ਹੈੱਡ ਆਫ ਡਿਪਾਰਟਮੈਂਟ ਨੇ, ਡਿਪਾਰਟਮੈਂਟ ਆਫ ਮਾਈਕਰੋਬਾਇਓਲੋਜੀ PAU ਲੁਧਿਆਣਾ ਦੇ ਵਿੱਚ। ਸਾਡੇ ਨਾਲ ਡਾਕਟਰ ਅਨੂ ਕਾਲੀਆ ਜੀ ਮੌਜੂਦ ਨੇ, ਜੋ ਕਿ ਦੀਪਾਲੀ ਜੈਨ ਦੇ ਮੈਂਟਰ ਨੇ। ਸੋ ਜਿੰਨੀ ਵੀ ਅਚੀਵਮੈਂਟ, ਅਗਰ ਅਸੀਂ ਗੱਲ ਕਰਾਂਗੇ ਅਚੀਵਮੈਂਟ ਦੀਪਾਲੀ ਜੈਨ ਦੀ ਹੈ, ਤਾਂ ਉਹਨਾਂ ਦੇ ਪਿੱਛੇ ਜਿਹੜਾ ਹਾਰਡ ਵਰਕ ਹੈ ਡਾਕਟਰ ਅਨੂ ਕਾਲੀਆ ਦਾ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਤੁਹਾਡੇ ਇੱਕ ਸਟੂਡੈਂਟ ਨੇ, ਜਿਵੇਂ ਡਾਕਟਰ ਕੋਚਰ ਦੱਸ ਰਹੇ ਸੀਗੇ ਕਿ ਇਹ ਸੈਕੰਡ ਸਟੂਡੈਂਟ ਨੇ ਡਿਪਾਰਟਮੈਂਟ ਦੇ ਵਿੱਚ। ਪਿਛਲੇ ਅਗਰ 10-15 ਸਾਲ ਦਾ ਰਿਕਾਰਡ ਦੇਖੀਏ, ਦੀਪਾਲੀ ਜੈਨ ਸੈਕੰਡ ਸਟੂਡੈਂਟ ਨੇ, ਬਬੀਤਾ ਮਖੀਜਾ ਇਸ ਤੋਂ ਪਹਿਲਾਂ ਅਚੀਵ ਕਰ ਚੁੱਕੇ ਨੇ ਹੀ PM ਫੈਲੋਸ਼ਿਪ ਦੇ ਵਿੱਚ। ਲੇਕਿਨ ਦੀਪਾਲੀ ਜੈਨ ਦੀ ਜਿਹੜੀ ਇਹ ਮਿਹਨਤ ਹੈ ਜਾਂ ਅਚੀਵਮੈਂਟ ਹੈ, ਉਹਦੇ ਪਿੱਛੇ ਤੁਹਾਡਾ ਰੋਲ ਦੱਸਿਆ ਜਾ ਰਿਹਾ, ਕੀ ਕਹਿਣਾ ਚਾਹੋਗੇ? ਨਹੀਂ, ਬੱਚੇ ਦਾ ਆਪਣਾ ਰੋਲ ਤਾਂ ਹੈ, ਲੇਕਿਨ ਇੱਕ ਸ਼ੁਰੂ ਤੋਂ ਹੀ ਇਹ ਬੇਸਿਕ ਪ੍ਰੋਬਲਮ ਰਹੀ ਹੈਗੀ ਆ ਮਸ਼ਰੂਮ, ਖਾਸ ਕਰ ਬਟਨ ਮਸ਼ਰੂਮ ਦੇ ਵਿੱਚ, ਜਿਹਨੂੰ ਅਸੀਂ ਕਹਿੰਦੇ ਬਰਾਊਨਿੰਗ ਹੋ ਜਾਣੀ, ਔਰ ਉਹਦੇ ਕਾਰਨ ਉਹਦੀ ਸ਼ੈਲਫ ਲਾਈਫ ਬਹੁਤ ਘੱਟ ਜਾਂਦੀ ਹੈ। ਸੋ ਬਰਾਊਨਿੰਗ ਨੂੰ ਬਚਾਉਣ ਲਈ ਅਸੀਂ ਪੂਰੀ ਤਰ੍ਹਾਂ ਜਿਹੜੇ ਜੀਨਸ ਰਿਸਪੌਂਸਿਬਲ ਹੈ ਉਹ ਨੌਕਆਊਟ ਨਹੀਂ ਕਰ ਸਕਦੇ, ਪਰ ਇੱਕ ਸਬਸਿਡਰੀ ਜੀਨ ਹੈ ਜਿਹਨੂੰ ਅਗਰ ਨੌਕਆਊਟ ਕਰਤਾ ਜਾਵੇ ਥਰੂ ਟਾਰਗੇਟਡ ਜੀਨੋਮ ਐਡੀਟਿੰਗ ਟੈਕਨੀਕ, ਜਿਹੜੀ ਕ੍ਰਿਸਪਰ Cas ਬੇਸਡ ਹੈ। ਸੋ ਉਹ ਟੈਕਨੀਕ ਨਾਲ ਅਸੀਂ ਇੱਕ ਪ੍ਰਪੋਜ਼ਲ ਬਣਾ ਕੇ ਭੇਜਿਆ ਸੀਗਾ, ਐਂਡ ਲੱਕੀਲੀ ਇਟ ਗੋਟ ਥਰੂ, ਔਰ proposal would be now sanctioned, right? She'll get fund for that. So ਮੈਨੂੰ ਬਹੁਤ ਖੁਸ਼ੀ ਹੈ, and I'm really happy for her, and I'm thankful to head sir ਕਿ ਸਰ ਉਹਨੇ encourage ਕਰ ਰਹੇ ਆ ਦੀਪਾਲੀ ਨੂੰ ਇਸ ਪੂਰੇ endeavor ਲਈ, and I'm really thankful sir. ਸੋ ਥੈਂਕ ਯੂ ਮੈਮ। ਜਿਸ ਤਰ੍ਹਾਂ ਤੁਸੀਂ ਸੁਣਿਆ, PM ਫੈਲੋਸ਼ਿਪ ਦੀਪਾਲੀ ਜੈਨ PhD 3rd ਈਅਰ ਦੇ ਸਟੂਡੈਂਟ ਨੇ, ਮਾਈਕਰੋਬਾਇਓਲੋਜੀ ਡਿਪਾਰਟਮੈਂਟ PAU ਲੁਧਿਆਣਾ ਦੇ ਵਿੱਚ, ਔਰ PM ਫੈਲੋਸ਼ਿਪ ਦੇ ਲਈ ਸਿਲੈਕਟ ਹੋਏ ਨੇ। ਔਰ ਡਾਕਟਰ ਕੋਚਰ ਦੱਸ ਕੇ ਹਟੇ ਨੇ ਕੀ ਫਾਇਦੇ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮਿਲਣ ਵਾਲੇ ਨੇ। 70,000 ਮੰਥਲੀ ਜਾਂ 2 ਲੱਖ ਰੁਪਏ ਤੱਕ ਦੇ ਹੋਰ ਵੀ ਬੈਨੀਫਿਟਸ ਨੇ ਜਿਹੜੇ ਉਹ ਉਹਨਾਂ ਲਈ ਰਿਸਰਚ ਦੇ ਜਿਹੜੇ ਕੰਮ ਨੇ ਜਾਂ ਪ੍ਰੋਜੈਕਟਸ ਨੇ, ਉਹਨਾਂ ਦੇ ਉੱਤੇ ਉਹਨਾਂ ਨੂੰ PM ਫੈਲੋਸ਼ਿਪ ਦੇ ਅੰਡਰ ਮਿਲਣਗੇ। ਫਿਲਹਾਲ ਤੁਸੀਂ ਵੇਖ ਸਕਦੇ ਹੋ ਅਸੀਂ ਮੌਜੂਦ ਹਾਂ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ, ਔਰ ਇੱਥੋਂ ਦੇ ਇੱਕ ਮਾਈਕਰੋਬਾਇਓਲੋਜੀ ਡਿਪਾਰਟਮੈਂਟ ਦੇ ਸਟੂਡੈਂਟ ਨੇ PM ਫੈਲੋਸ਼ਿਪ ਦੇ ਵਿੱਚ ਅਚੀਵਮੈਂਟ ਲਈ ਹੈ।
ਔਰ ਅੱਗੇ ਜੋ ਲੜਕੀਆਂ ਨੇ ਉਹਨਾਂ ਨੂੰ ਇੱਕ ਨਵਾਂ ਮੈਸੇਜ ਦਿੱਤਾ ਵਾ ਕਿ ਲੜਕੀਆਂ ਅਗਰ ਕਿਸੇ ਵੀ ਫੀਲਡ ਦੇ ਵਿੱਚ ਵਧਣਾ ਚਾਹੁੰਦੀਆਂ ਨੇ ਡੈਡੀਕੇਟਿਡ ਲਈ ਉਹਨਾਂ ਨੂੰ ਅੱਜ ਉਹ तमाम ਸੁਵਿਧਾਵਾਂ ਮੌਜੂਦ ਨੇ, ਵਸੀਲੇ ਮੌਜੂਦ ਨੇ ਔਰ ਵੱਖ-ਵੱਖ ਫੀਲਡਸ ਦੇ ਵਿੱਚ ਲੜਕੀਆਂ ਐਗਜ਼ਾਮਪਲ ਦੇ ਰਹੀਆਂ ਨੇ ਸੋਸਾਇਟੀ ਨੂੰ, ਸਮਾਜ ਨੂੰ। ਕੈਮਰਾਮੈਨ ਬਲਵਿੰਦਰ ਦੇ ਨਾਲ ਅਰੁਣ ਕੌਸ਼ਲ ਦੀ ਖਾਸ ਰਿਪੋਰਟ।